ਅਸੀਂ ਚਾਹੇ ਬੰਦੀ ਛੋੜ ਦਿਵਸ ਮਨਾਈਏ, ਚਾਹੇ ਦੀਵਾਲੀ ਦਾ ਪੁਰਬ ਮਨਾਈਏ, ਵੇਖਣਾ ਇਹ ਹੈ ਕਿ ਬੰਦੀ ਛੋੜ ਮਨਾ ਕੇ, ਦੀਵਾਲੀ ਮਨਾ ਕੇ ਸਾਡੇ ਅੰਦਰ ਕੋਈ ਪ੍ਰਕਾਸ਼ ਦੀ ਕਿਰਨ ਜਾਗੀ ਕਿ ਨਹੀਂ। ਜੇ ਅਸੀਂ ਉਸੇ ਤਰ੍ਹਾਂ ਹਨੇਰਾ ਹੀ ਢੋਈ ਜਾ ਰਹੇ ਹਾਂ, ਫਿਰ ਆਪਾਂ ਚਾਹੇ ਉਹਨੂੰ ਦੀਵਾਲੀ ਆਖ ਕੇ ਮਨਾ ਲਈਏ, ਚਾਹੇ ਬੰਦੀ ਛੋੜ ਆਖ ਕੇ ਮਨਾ ਲਈਏ, ਕੋਈ ਫਰਕ ਪੈਂਦਾ ਨਹੀਂ। ਉਸ ਦਿਨ ਫਰਕ ਪਵੇਗਾ ਜਿਸ ਦਿਨ ਆਪਣੇ ਅੰਦਰ ਜਰਾ ਕੁ ਜਿੰਨਾ ਵੀ ਗਿਆਨ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਆ ਗਿਆ। ਫਿਰ ਆਪਾਂ ਇਹਨਾਂ ਕਰਮ ਧਰਮਾਂ ਵਿੱਚੋਂ, ਇਹਨਾਂ ਕਰਮ ਕਾਂਡਾਂ ਵਿੱਚੋਂ ਆਜ਼ਾਦ ਹੋ ਜਾਵਾਂਗੇ, ਨਿਕਲ ਜਾਵਾਂਗੇ। ਸੋ ਕੋਸ਼ਿਸ਼ ਕਰਿਆ ਕਰੀਏ ਆਪਾਂ ਸਾਰੇ ਗੁਰਪੁਰਬ ਮਨਾਈਏ, ਦਿਨ ਦਿਉਹਾਰ ਮਨਾਈਏ, ਪਰ ਉਹਨਾਂ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਜ਼ਰੂਰ ਆਪਾਂ ਸਮਝੀਏ। ਜੇ ਮਕਸਦ ਸਮਝ ਵਿੱਚ ਆ ਗਿਆ ਤੇ ਫਿਰ ਆਪਾਂ ਉਹਦੇ 'ਤੇ ਅਮਲ ਵੀ ਕਰਾਂਗੇ। ਜੇ ਮਕਸਦ ਹੀ ਸਮਝ ਨਾ ਆਵੇ ਤੇ ਫਿਰ ਆਪਾਂ ਅਮਲ ਕੀ ਕਰਨਾ ਹੈ। ਪਿਛਲੇ ਐਤਵਾਰ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜੀਵਨ ਇਤਿਹਾਸ ਸਮਝਦੇ ਸਾਂ। ਗੁਰੂ ਨਾਨਕ ਸਾਹਿਬ ਮੱਕੇ ਤੋਂ ਚਾਲੇ ਪਾਏ ਤੇ ਮਦੀਨੇ ਪਹੁੰਚੇ। ਮੱਕੇ ਦੇ ਅੰਦਰ ਹਾਜੀਆਂ ਕਾਜ਼ੀਆਂ ਨੇ ਬਹੁਤ ਸਾਰੇ ਸਵਾਲ ਕੀਤੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬੜੇ ਪਿਆਰ ਨਾਲ, ਸਹਿਜ ਨਾਲ ਤੇ ਬੜੇ ਟਿਕਾ ਵਿੱਚ ਬੈਠ ਕੇ ਬੜੇ ਸੁੰਦਰ ਜਵਾਬ ਦਿੱਤੇ ਸਨ। ਅਖੀਰਲੇ 3 ਸਵਾਲ ਜਿਹੜੇ ਸਨ ਉਹਨਾਂ ਦੇ, ਪਰਮਾਤਮਾ ਤੋਂ ਪਹਿਲਾਂ ਕੀ ਸੀ, ਪਰਮਾਤਮਾ ਰਹਿੰਦਾ ਕਿੱਥੇ ਹੈ ਤੇ ਪਰਮਾਤਮਾ ਕਰਦਾ ਕੀ ਹੈ। ਫਿਰ ਇਹਨਾਂ 3 ਸਵਾਲਾਂ ਦੇ ਜਵਾਬ ਸੁਣ ਕੇ ਉਹਨਾਂ ਨੇ ਜਿਹੜਾ ਆਖਰੀ ਬਚਨ ਸੀ ਕਿ ਜੇ ਸੱਚਮੁੱਚ ਹੀ ਉਹਦੇ ਤੋਂ ਪਹਿਲਾਂ ਕੁਛ ਨਹੀਂ ਸੀ, ਉਹ ਸਾਡੇ ਸਭਨਾਂ ਵਿੱਚ ਰਹਿੰਦਾ ਹੈ, ਉਹ ਨੀਵਿਆਂ ਨੂੰ ਉੱਚੇ ਤੇ ਉੱਚਿਆਂ ਨੂੰ ਨੀਵੇਂ ਕਰਦਾ ਰਹਿੰਦਾ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇ। ਗੁਰੂ ਨਾਨਕ ਸਾਹਿਬ ਦਾ ਪਵਿੱਤਰ ਬਚਨ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਭਾਂਡਾ ਧੋਏ ਅੰਦਰਲਾ, ਬਾਹਰਲੇ ਭਾਂਡਿਆਂ ਦੀ ਗੱਲ ਨਹੀਂ ਇੱਥੇ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਹੈ ਕੋ ਜਾਵੋ। ਦੂਧ ਕਰਮ ਪੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ। ਇੱਕ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਨੇ, ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ, ਇਹ ਤਰੀਕਾ ਹੈ ਉਸ ਨਾਮ ਨੂੰ ਪ੍ਰਾਪਤ ਕਰਨ ਦਾ। ਅੰਮ੍ਰਿਤ ਨਾਮ ਤੇ ਪਰਮੇਸ਼ਵਰ, ਇਹਨਾਂ 3 ਚੀਜ਼ਾਂ ਵਿੱਚ, 3 ਸ਼ਬਦਾਂ ਵਿੱਚ ਕੋਈ ਫਰਕ ਨਹੀਂ। ਇਹ ਤਿੰਨੋਂ ਪਰਮਾਤਮਾ ਦੇ ਹੀ ਨਾਮ ਹਨ, ਜਾਂ ਇਸ ਤਰ੍ਹਾਂ ਆਖੀਏ ਉਹਦੇ ਨਾਮ ਦੇ ਵਿਸ਼ੇਸ਼ਣ ਹਨ। ਸੋ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਸਾਨੂੰ ਆਪਣਾ ਅੰਦਰਲਾ ਹਿਰਦਾ ਸ਼ੁੱਧ ਕਰਨ ਦੀ ਲੋੜ ਹੈ। ਜਿੰਨਾ ਚਿਰ ਹਿਰਦਾ ਸ਼ੁੱਧ ਨਹੀਂ ਹੁੰਦਾ, ਸਾਡੇ ਕਰਮ ਚੰਗੇ ਨਹੀਂ ਹੁੰਦੇ, ਅਸੀਂ ਫਿਰ ਪਰਮੇਸ਼ਵਰ ਦੇ ਇੱਕ ਨਾਮ ਦਾ ਅਭਿਆਸ ਨਹੀਂ ਕਰਦੇ, ਉਹਨਾਂ ਚਿਰ ਉਸ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸ ਨੂੰ ਪ੍ਰਾਪਤ ਕਰਨ ਲਈ
ਬਸ ਜਿਹੜੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਿੱਚ ਸਾਨੂੰ ਕਰਨ ਵਾਸਤੇ ਸਿਧਾਂਤ ਬਖਸ਼ੇ ਨੇ, ਪ੍ਰਾਪਤੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਇਹ ਬਚਨ ਕਰਕੇ ਮਦੀਨੇ ਪਹੁੰਚੇ ਸਨ। ਮੱਕਾ ਜਿਹੜਾ ਸਥਾਨ ਹੈ, ਇਹ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਸਥਾਨ ਹੈ। ਮਦੀਨਾ ਉਹਨਾਂ ਦਾ ਇੰਤਕਾਲ ਸਥਾਨ ਹੈ, ਭਾਵ ਜਿੱਥੇ ਉਹਨਾਂ ਨੇ ਸਰੀਰ ਤਿਆਗਿਆ। ਇਹ ਦੋਵੇਂ ਥਾਵਾਂ ਇਸਲਾਮ ਧਰਮ ਵਾਸਤੇ ਇਸ ਤਰ੍ਹਾਂ ਹੀ ਨੇ ਜਿਵੇਂ ਸਾਡੇ ਵਾਸਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਨਕਾਣਾ ਸਾਹਿਬ, ਤੇ ਜਿੱਥੇ ਅਖੀਰ ਨੂੰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਹ ਤਿਆਗ ਕੀਤਾ, ਹਜ਼ੂਰ ਸਾਹਿਬ। ਜਿਸ ਤਰ੍ਹਾਂ ਸਾਡੇ ਲਈ ਇਹ ਸਥਾਨ ਨੇ, ਇਸਲਾਮ ਵਾਲਿਆਂ ਲਈ ਮੱਕਾ ਤੇ ਮਦੀਨਾ ਇਸੇ ਤਰ੍ਹਾਂ ਹੀ ਉਹ ਸਥਾਨ ਨੇ ਉਹਨਾਂ ਦੇ। ਸੋ ਗੁਰੂ ਨਾਨਕ ਸਾਹਿਬ ਮੱਕੇ ਵਿੱਚ ਕਾਫੀ ਦਿਨ ਠਹਿਰੇ, ਹੁਣ ਮਦੀਨੇ ਚਲੇ ਗਏ ਨੇ, ਤੇ ਮੇਰਾ ਮਨ ਸੀ ਕਿ ਥੋੜ੍ਹਾ ਜਿਹਾ ਤੁਹਾਡੇ ਨਾਲ ਵਿਚਾਰ ਕਰਾਂ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਜੀਵਨ ਸੰਬੰਧ ਵਿੱਚ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਮੈਂ ਪਹਿਲਾਂ ਜਦੋਂ ਮਿਸ਼ਨਰੀ ਕਾਲਜ ਵਿੱਚ ਪੜ੍ਹਿਆ ਸੀ, ਜਾਂ ਉਹਨਾਂ ਨੇ ਥੋੜ੍ਹਾ ਜਿਹਾ ਸਾਨੂੰ ਇਹਨਾਂ ਦਾ ਚੈਪਟਰ ਪੜ੍ਹਾਇਆ ਸੀ, ਉਹਦੇ ਜਾਣਕਾਰੀ ਬੜੀ ਥੋੜ੍ਹੀ ਜਿਹੀ ਸੀ। ਹੁਣ ਕੁਛ ਦਿਨਾਂ ਤੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਵੀ ਆਪਾਂ ਜਿੰਨੇ ਵੀ ਮਹਾਂਪੁਰਸ਼ ਨੇ ਸੰਸਾਰ ਦੇ ਅੰਦਰ, ਉਂਝ ਤਾਂ ਗੁਰਬਾਣੀ ਵਿੱਚ ਇਹ ਹੀ ਬਚਨ ਆਖੇ ਗਏ ਨੇ ਕਿ ਕਬੀਰ ਪੂੰਗਰਾ ਰਾਮ ਅੱਲਾਹ ਕਾ, ਸਭ ਗੁਰ ਪੀਰ ਹਮਾਰੇ। ਕੋਈ ਵੀ ਸਾਡਾ ਬੇਗਾਨਾ ਨਹੀਂ। ਅਸੀਂ ਲੋਕਾਂ ਨੇ ਬੇਗਾਨਗੀ ਦਾ ਜਿਹੜਾ ਭਾਵ ਹੈ ਆਪਣੇ ਅੰਦਰ ਵਸਾਇਆ ਹੋਇਆ, ਭਾਵੇਂ ਇਹਦੇ ਕੁਝ ਕਾਰਨ ਹੁੰਦੇ ਨੇ, ਲੇਕਿਨ ਗੁਰੂ ਸਾਹਿਬ ਦਾ ਜਿਹੜਾ ਮੱਤ ਹੈ ਉਹ ਇਹਨਾਂ ਸਾਰਿਆਂ ਕਾਰਨਾਂ ਨੂੰ ਪਿੱਛੇ ਛੱਡ ਕੇ ਮਾਨਵ ਜਾਤੀ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਧਰਮ ਕੋਈ ਹੋਵੇ, ਗੁਰੂ ਕੋਈ ਹੋਵੇ, ਪੀਰ ਫਕੀਰ ਕੋਈ ਹੋਵੇ, ਸਾਰੇ ਹੀ ਸਤਿਕਾਰਯੋਗ ਨੇ ਤੇ ਸਾਡਾ ਕੋਈ ਬੇਗਾਨਾ ਨਹੀਂ, ਸਾਡੇ ਸਾਰੇ ਹੀ ਇਹ ਆਪਣੇ ਹੀ ਹਨ। ਸੋ ਮੈਂ ਇਹਨਾਂ ਦਾ ਜੀਵਨ ਇਤਿਹਾਸ ਪੜ੍ਹ ਰਿਹਾ ਸਾਂ, ਮੈਨੂੰ ਇੰਨਾ ਚੰਗਾ ਲੱਗਾ ਉਹਨਾਂ ਦਾ ਜੀਵਨ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਤੇ ਮੁਹੰਮਦ ਸਾਹਿਬ ਦੇ ਜੀਵਨ ਵਿੱਚ ਮੈਨੂੰ ਕੋਈ ਭਿੰਨ ਭੇਦ ਨਜ਼ਰ ਹੀ ਨਹੀਂ ਆਇਆ। ਮੁਹੰਮਦ ਸਾਹਿਬ ਦਾ ਜਿਹੜਾ ਮੁੱਢਲਾ ਜਿਹਾ ਜੀਵਨ ਹੈ, ਬੜਾ ਹੀ ਆਨੰਦਮਈ ਜੀਵਨ ਹੈ। ਭਾਵੇਂ ਉਹ ਭੇਡਾਂ ਬੱਕਰੀਆਂ ਚਾਰਦੇ ਰਹੇ, ਭਾਵੇਂ ਉਹ ਖਦੀਜਾ ਦੇ ਨਾਲ ਵਪਾਰ ਕਰਦੇ ਰਹੇ, ਪਰ ਉਹ ਕਿੰਨੇ ਨੇਕ ਨੀਅਤ ਇਨਸਾਨ ਸਨ। ਉਹਨਾਂ ਦੇ ਵਿੱਚ ਜਿਹਨੂੰ ਆਪਾਂ ਭਲਮਾਨਸੀ ਆਖਦੇ ਹਾਂ, ਦਿਆਨਤਦਾਰੀ ਆਖਦੇ ਹਾਂ, ਉਹਨਾਂ ਦੇ ਅੰਦਰ ਦਇਆ ਦਾ ਕਿੰਨਾ ਭਾਵ ਹੈ। ਮਾਨਵ ਜਾਤੀ ਲਈ ਉਹਨਾਂ ਦੇ ਅੰਦਰ ਹਮਦਰਦੀ ਕਿੰਨੀ ਹੈ। ਉਹਨਾਂ ਦਾ ਜੀਵਨ ਮੈਂ ਆਖਾਂਗਾ ਤੁਸੀਂ ਸਾਰੇ ਜਣੇ ਜ਼ਰੂਰ ਪੜ੍ਹੋ। ਇੱਕ ਛੋਟੀ ਜਿਹੀ ਉਹਨਾਂ ਦੇ ਜੀਵਨ ਦੀ ਘਟਨਾ ਨਾਲ ਮੈਂ ਉਹਨਾਂ ਦਾ ਥੋੜ੍ਹਾ ਜਿਹਾ ਜੀਵਨ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਮੱਕੇ ਦੇ ਅੰਦਰ ਜਦੋਂ ਆਪਣੇ ਘਰੋਂ ਨਿਕਲਦੇ, ਗਲੀ ਵਿੱਚ ਜਦੋਂ ਲੰਘਦੇ, ਤੇ ਇੱਕ ਬੀਬੀ ਹੈ ਜਿਹੜੀ ਮੁਹੰਮਦ ਸਾਹਿਬ ਦੇ ਵਿਚਾਰ ਨਾਲ ਸਹਿਮਤ ਨਹੀਂ, ਕਿਉਂਕਿ ਮੁਹੰਮਦ ਸਾਹਿਬ ਨੇ ਇਸਲਾਮ ਦਾ ਜਾਂ ਮੁਸਲਮਾਨ ਮਤ ਦਾ ਪ੍ਰਚਾਰ ਸ਼ੁਰੂ ਕੀਤਾ। ਉਹ ਬੁੱਤ ਪੂਜਾ ਦੇ ਖਿਲਾਫ ਸਨ, ਮੂਰਤੀ ਪੂਜਾ ਦੇ ਖਿਲਾਫ ਸਨ,
ਉਹ ਗਰੀਬਾਂ ਦੇ ਸਹਾਇਕ ਸਨ। ਕੋਈ ਵੀ ਉਹਨਾਂ ਦੇ ਨਗਰ ਦਾ ਗਰੀਬ ਹੁੰਦਾ, ਉਹਦੇ ਨਾਲ ਕੋਈ ਵਧੀਕੀ ਹੁੰਦੀ ਤੇ ਉਹਦੇ ਨਾਲ ਖੜੇ ਹੁੰਦੇ। ਜਦੋਂ ਉਹ ਬੁੱਤ ਤੋੜਨ ਦੀ ਗੱਲ ਕਰਦੇ, ਜਦੋਂ ਮੂਰਤੀ ਪੂਜਾ ਛੱਡਣ ਦੀ ਗੱਲ ਕਰਦੇ, ਜਦੋਂ ਉਹ ਇੱਕ ਅੱਲਾ ਦੀ ਗੱਲ ਕਰਦੇ, ਤੇ ਬਹੁਤ ਸਾਰੇ ਲੋਕ ਜਿਹੜੇ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ, ਉਹ ਉਹਨਾਂ ਦਾ ਵਿਰੋਧ ਕਰਦੇ ਸਨ। ਤੇ ਉਹ ਬੀਬੀ ਵੀ ਇਸ ਤਰ੍ਹਾਂ ਹੀ ਸੀ, ਉਹ ਬੜਾ ਵਿਰੋਧ ਕਰਦੀ ਸੀ। ਜਿਸ ਗਲੀ 'ਚੋਂ ਮੁਹੰਮਦ ਸਾਹਿਬ ਗੁਜ਼ਰਦੇ ਸਨ, ਉਹਦਾ ਘਰ ਉਸ ਗਲੀ ਵਿੱਚ ਹੀ ਸੀ। ਜਦੋਂ ਹੀ ਉੱਥੋਂ ਲੰਘਦੇ ਤੇ ਉਹ ਉੱਥੋਂ ਆਪਣੇ ਘਰੋਂ ਨਾ ਕੂੜਾ ਕਰਕਟ ਸੁਆਹ ਆਦਿਕ ਚੁੱਕਦੀ, ਬੁੱਕ ਭਰਦੀ ਤੇ ਉਹਦੇ ਉੱਤੇ ਸੁੱਟ ਦਿੰਦੀ। ਇਸ ਤਰ੍ਹਾਂ ਲੰਮਾ ਸਮਾਂ ਕੰਮ ਚੱਲਦਾ ਰਿਹਾ। ਮੁਹੰਮਦ ਸਾਹਿਬ ਨੇ ਕਦੀ ਗੁੱਸਾ ਨਹੀਂ ਕੀਤਾ, ਉਹਨੂੰ ਕਦੀ ਆਖਿਆ ਵੀ ਨਹੀਂ ਵੀ ਭਲੀਏ ਤੂੰ ਮੇਰੇ ਤੇ ਕੂੜਾ ਕਿਉਂ ਸੁੱਟਦੀ ਹੈ ਰੋਜ਼ ਦਿਹਾੜੀ, ਵੀ ਮੈਂ ਇਸੇ ਗਲੀ 'ਚੋਂ ਲੰਘਣਾ ਹੁੰਦਾ ਤੇ ਤੂੰ ਇਹ ਕੰਮ ਕਿਉਂ ਕਰਦੀ ਹੈ। ਬਿਲਕੁਲ ਕਦੀ ਨਹੀਂ ਆਖਿਆ, ਕਦੀ ਗੁੱਸਾ ਨਹੀਂ ਕੀਤਾ। ਬੜੇ ਸ਼ਾਂਤ ਚਿੱਤ ਆਪਣੇ ਉੱਤੇ ਉਹ ਕੂੜਾ ਪਾਉਂਦੇ ਤੇ ਅੱਗੇ ਲੰਘ ਜਾਂਦੇ। ਕੁਝ ਦਿਨਾਂ ਬਾਅਦ ਉੱਥੋਂ ਲੰਘ ਰਹੇ ਨੇ ਤੇ ਅੱਜ ਬੀਬੀ ਨੇ ਕੂੜਾ ਨਹੀਂ ਉੱਤੇ ਸੁੱਟਿਆ। ਉਹਦੇ ਘਰ ਦੇ ਸਾਹਮਣੇ ਖਲੋ ਗਏ ਤੇ ਉਡੀਕਦੇ ਰਹੇ ਵੀ ਉਹ ਕੂੜਾ ਸੁੱਟ ਹੀ ਲਵੇ ਤੇ ਫਿਰ ਮੈਂ ਜਾਵਾਂ। ਉਹ ਅੱਜ ਨਹੀਂ ਬਾਹਰ ਆਈ। ਫਿਰ ਮੁਹੰਮਦ ਸਾਹਿਬ ਨੇ ਆਂਢ ਗੁਆਂਢ 'ਚੋਂ ਪੁੱਛਿਆ ਵੀ ਉਹ ਬੀਬੀ ਅੱਜ ਕਿੱਥੇ ਆ, ਉਹ ਕਿਉਂ ਨਹੀਂ ਬਾਹਰ ਨਿਕਲੀ ਅੱਜ। ਤੇ ਪਤਾ ਲੱਗਾ ਵੀ ਉਹ ਬਿਮਾਰ ਹੋ ਗਈ ਏ ਤੇ ਉਹ ਹਸਪਤਾਲ ਵਿੱਚ ਏ। ਬਾਕੀ ਸਾਰੇ ਕੰਮ ਛੱਡ ਕੇ ਮੁਹੰਮਦ ਸਾਹਿਬ ਹਸਪਤਾਲ ਵਿੱਚ ਜਾ ਕੇ ਉਸ ਬੀਬੀ ਦੀ ਖਬਰ ਲਈ ਤੇ ਉਹਦੀ ਸੁੱਖ ਸਾਂਦ ਪੁੱਛਣ ਤੋਂ ਬਾਅਦ ਉਸ ਨੂੰ ਆਖਣ ਲੱਗੇ ਕਿ ਤੈਨੂੰ ਜੋ ਵੀ ਸਹਾਇਤਾ ਚਾਹੀਦੀ ਹੋਵੇ ਮੈਨੂੰ ਦੱਸਣਾ, ਮੈਂ ਤੇਰੀ ਮਦਦ ਕਰਾਂਗਾ। ਚਾਹੇ ਉਹ ਰੁਪਈਏ ਪੈਸੇ ਕਰਕੇ ਹੋਵੇ ਜਾਂ ਕਿਸੇ ਹੋਰ ਢੰਗ ਦੀ ਤੈਨੂੰ ਚਾਹੀਦੀ ਹੋਵੇ ਤੇ ਮੈਨੂੰ ਦੱਸਣਾ। ਉਹ ਬੀਬੀ ਉਹਨਾਂ ਦੇ ਇਸ ਵਿਚਾਰ ਤੋਂ ਬੜੀ ਪ੍ਰਭਾਵਿਤ ਹੋਈ, ਰਾਜੀ ਹੋ ਗਈ। ਤੰਦਰੁਸਤ ਹੋ ਕੇ ਫਿਰ ਉਹ ਹਜ਼ਰਤ ਸਾਹਿਬ ਨੂੰ ਮਿਲੀ ਤੇ ਉਹਨੇ ਇਸਲਾਮ ਮਤ ਧਾਰਨ ਕਰ ਲਿਆ। ਆਖਣ ਲੱਗੀ, ਤੇਰੇ ਵਰਗਾ ਇਨਸਾਨ ਜਿਸ ਮਤ ਨੂੰ ਮੈਂ ਪਹਿਲਾਂ ਧਾਰਨ ਕੀਤਾ ਹੋਇਆ ਸੀ, ਉਸ ਮਤ ਵਿੱਚ ਕੋਈ ਵੀ ਨਹੀਂ। ਸੋ ਇਹੋ ਜਿਹੀਆਂ ਉਹਨਾਂ ਦੇ ਜੀਵਨ ਦੀਆਂ ਕਈ ਸਾਰੀਆਂ ਛੋਟੀਆਂ-ਛੋਟੀਆਂ ਕਹਾਣੀਆਂ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਨੇਕ ਦਿਲ ਇਨਸਾਨ ਸਨ। ਇੱਕ ਗੱਲ ਹੋਰ ਕਰਨੀ ਚਾਹੁੰਦਾ, ਜਦੋਂ ਕੋਈ ਵੀ ਮਤ ਪ੍ਰਾਰੰਭ ਹੁੰਦਾ ਹੈ ਤੇ ਜਿਹੜੇ ਲੋਕ ਪ੍ਰਾਰੰਭ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਗੁਰੂ, ਪੀਰ, ਸਾਧੂ, ਸੰਤ, ਪ੍ਰੋਫਿਟ ਕਹਿੰਦੇ ਆ, ਜਦੋਂ ਕਿਸੇ ਮਤ ਦੀ ਸ਼ੁਰੂਆਤ ਹੁੰਦੀ ਏ, ਉਹਦੇ 'ਚ ਇਸ ਤਰ੍ਹਾਂ ਵਿਗਾੜ ਨਹੀਂ ਹੁੰਦੇ ਜਿਵੇਂ ਬਾਅਦ ਵਿੱਚ ਪੈ ਜਾਂਦੇ ਨੇ। ਮਿਸਾਲ ਦੇ ਤੌਰ ਤੇ ਜਦੋਂ ਚਸ਼ਮਾ ਪਹਾੜਾਂ ਵਿੱਚੋਂ ਨਿਕਲਦਾ ਹੈ, ਉਹਦਾ ਪਾਣੀ ਅਤੀ ਨਿਰਮਲ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਸਾਫ਼ ਹੁੰਦਾ ਹੈ, ਠੰਡਾ ਹੁੰਦਾ ਹੈ, ਮਿੱਠਾ ਹੁੰਦਾ ਹੈ, ਉਹਦੇ ਕਿੰਨੇ ਗੁਣ ਹੁੰਦੇ ਨੇ। ਪਰ ਜਿਵੇਂ ਹੀ ਉਹ ਪਹਾੜਾਂ ਤੋਂ ਨਿਕਲ ਕੇ ਧਰਤੀ 'ਤੇ ਵਿਚਰਦਾ ਹੈ ਤੇ ਆਪਾਂ ਲੋਕ ਉਹਨੂੰ ਗੰਦਾ ਕਰਨ ਨੂੰ ਘੱਟ ਨਹੀਂ ਗੁਜ਼ਾਰਦੇ। ਫਿਰ ਜਿਵੇਂ ਜਿਵੇਂ ਪਾਣੀ ਅੱਗੇ ਵੱਧਦਾ ਏ, ਮਨੁੱਖ ਜਾਤੀ ਉਸ ਨੂੰ ਗੰਦਾ ਕਰਨ ਦੀ ਹੋਰ ਵਧੇਰੇ ਹਿੰਮਤ ਕਰਦੀ ਹੈ ਤੇ ਅਖੀਰ ਤੱਕ ਉਹ ਪਾਣੀ ਪੂਰਾ ਹੀ ਮੈਲਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਮਤ ਜਦੋਂ ਕੋਈ ਸੋਮਾ ਫੁੱਟਦਾ ਇਸ ਧਰਤੀ ਉੱਤੇ, ਉਦੋਂ ਬੜੇ ਸ਼ੁੱਧ, ਸਾਫ਼ ਤੇ ਪਵਿੱਤਰ ਹੁੰਦੇ ਨੇ। ਸਹਿਜੇ ਸਹਿਜੇ ਆਪਾਂ ਲੋਕ ਉਹਦੇ ਵਿੱਚ ਸ਼ਾਮਲ ਹੁੰਦੇ ਆ ਤੇ ਹੌਲੀ ਹੌਲੀ ਉਹਦਾ ਰੂਪ ਹੀ ਬਦਲ ਜਾਂਦਾ ਹੈ। ਜਿਵੇਂ ਦਾ ਮਤ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਾਰੰਭ ਕੀਤਾ ਸੀ, ਜਾਂ ਆਪਾਂ ਸਿੱਖੀ ਪੰਥ ਆਖ ਲਈਏ, ਜਿਹੋ ਜਿਹਾ ਪੰਥ ਗੁਰੂ ਸਾਹਿਬ ਨੇ
ਪ੍ਰਚਲਿਤ ਕੀਤਾ ਸੀ, ਆਪਾਂ ਇਮਾਨਦਾਰੀ ਨਾਲ ਵੇਖੀਏ ਕਿ ਕੀ ਅੱਜ ਇਹ ਉਹੋ ਜਿਹਾ ਹੈ। ਇਹਦੇ ਵਿੱਚ ਕਿੰਨੇ ਕਰਮ ਕਾਂਡ ਆ ਗਏ ਨੇ, ਕਿੰਨੇ ਵਹਿਮ ਭਰਮ ਆ ਗਏ ਨੇ। ਅਸੀਂ ਕਿਸ ਤਰ੍ਹਾਂ ਸਵਾਰਥੀ ਬਣ ਗਏ ਹਾਂ। ਹਰ ਬੰਦਾ ਆਪਣੇ ਸਵਾਰਥ ਨੂੰ ਸਾਹਮਣੇ ਰੱਖ ਕੇ ਕੰਮ ਕਰਨ ਨੂੰ ਰਾਜ਼ੀ ਏ ਸਿੱਖੀ ਵਾਸਤੇ। ਭਾਵੇਂ ਅਸੀਂ ਜਿਹੜੇ ਆਪਣੇ ਨਿੱਜੀ ਸਾਡੇ ਧੰਦੇ ਹੁੰਦੇ ਨੇ ਉਹ ਤਾਂ ਅਸੀਂ ਆਪਣੇ ਲਈ ਕਰਦੇ ਹੀ ਹਾਂ, ਪਰ ਜਦੋਂ ਆਪਾਂ ਕੁਝ ਸਿੱਖੀ ਲਈ ਕਰਦੇ ਹਾਂ, ਸਿੱਖ ਸਮਾਜ ਲਈ ਕਰਦੇ ਹਾਂ, ਉਹਦੇ ਵਿੱਚ ਵੀ ਸਾਡਾ ਆਪਣਾ ਸਵਾਰਥ ਹੀ ਨਜ਼ਰ ਆ ਰਿਹਾ ਹੁੰਦਾ ਹੈ। ਛੋਟੀ ਤੋਂ ਛੋਟੀ ਸੰਸਥਾ ਲੈ ਲਓ ਤੇ ਅਖੀਰ SGPC ਤੱਕ। ਹੁਣ ਤੁਸੀਂ ਵੇਖ ਰਹੇ ਹੋ ਜੋ ਵਾਪਰ ਰਿਹਾ ਉੱਥੇ। ਇਹ ਲੋਕ ਕਿਵੇਂ ਝੂਠ ਬੋਲ ਰਹੇ ਨੇ, ਐਡੇ ਐਡੇ ਲੰਮੇ ਦਾੜੇ, ਐਡੇ ਐਡੇ ਚੌੜੇ ਗਾਤਰੇ ਉੱਤੋਂ ਦੀ ਪਾਏ ਹੁੰਦੇ ਨੇ, ਪੀਲੀਆਂ ਤੇ ਨੀਲੀਆਂ ਦਸਤਾਰਾਂ ਸਜਾਈਆਂ ਹੁੰਦੀਆਂ ਨੇ, ਐਡੇ ਐਡੇ ਵੱਡੇ ਝੂਠ ਬੋਲਦੇ ਨੇ। ਸੋ ਅਸੀਂ ਵੇਖੀਏ ਕਿ ਕੀ ਇਹ ਸਿੱਖ ਪੰਥ ਜਿਹੋ ਜਿਹਾ ਗੁਰੂ ਸਾਹਿਬ ਨੇ ਤੋਰਿਆ ਸੀ, ਨਾਨਕ ਨਿਰਮਲ ਪੰਥ ਚਲਾਇਆ। ਇਹ ਇੰਨਾ ਨਿਰਮਲ ਪੰਥ, ਇਹਨੂੰ ਮੈਲਾ ਕਿਹਨੇ ਕੀਤਾ ਹੈ? ਕੋਈ ਬਾਹਰੋਂ ਤੇ ਨਹੀਂ ਆਇਆ ਇਹਨੂੰ ਮੈਲਾ ਕਰਨ ਲਈ, ਆਪਾਂ ਹੀ ਕੀਤਾ ਹੈ। ਇਸੇ ਤਰ੍ਹਾਂ ਅੱਜ ਅਸੀਂ ਵੇਖਦੇ ਹਾਂ ਕਿ ਅੱਜ ਪੂਰੀ ਦੁਨੀਆ ਦੇ ਲੋਕ ਇਸਲਾਮ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਨਫ਼ਰਤ ਕਰਦੇ ਨੇ। ਨਫ਼ਰਤ ਕਿਉਂ ਕਰਦੇ ਨੇ? ਉਹ ਮੁਹੰਮਦ ਸਾਹਿਬ ਦਾ ਕਸੂਰ ਨਹੀਂ, ਉਹ ਉਹਨਾਂ ਲੋਕਾਂ ਦਾ ਕਸੂਰ ਹੈ ਜਿਹੜੇ ਉਸ ਮੱਤ ਦੇ ਧਾਰਨੀ ਹਨ। ਸੋ ਆਓ ਅਸੀਂ ਥੋੜ੍ਹਾ ਜਿਹਾ ਵੇਖਦੇ ਹਾਂ ਕਿ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦਾ ਜਨਮ ਤੇ ਉਹਨਾਂ ਦਾ ਪਰਿਵਾਰਿਕ ਵੰਸ਼ ਕੀ ਸੀ। ਉਹਨਾਂ ਦਾ ਜਨਮ 570 ਈਸਵੀ ਨੂੰ ਮੱਕੇ ਵਿਖੇ ਹੋਇਆ। ਉਹਨਾਂ ਦਾ ਪੂਰਾ ਨਾਮ ਮੁਹੰਮਦ ਬਿਨ ਅਬਦੁੱਲਾ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਅਬਦੁੱਲਾ, ਮਾਤਾ ਜੀ ਦਾ ਨਾਮ ਆਮੀਨਾ, ਤੇ ਕੁਰੈਸ਼ ਕਬੀਲਾ ਆਖੀਏ ਜਾਂ ਖਾਨਦਾਨ ਆਖੀਏ ਜਿਹਦੇ ਵਿੱਚ ਉਹ ਪੈਦਾ ਹੋਏ ਸਨ। ਜਿਵੇਂ ਗੁਰੂ ਨਾਨਕ ਸਾਹਿਬ ਬੇਦੀ ਪਰਿਵਾਰ ਵਿੱਚ, ਬੇਦੀ ਖਾਨਦਾਨ ਵਿੱਚ ਪੈਦਾ ਹੋਏ, ਗੁਰੂ ਰਾਮਦਾਸ ਮਹਾਰਾਜ ਸੋਢੀ ਖਾਨਦਾਨ ਵਿੱਚ ਪੈਦਾ ਹੋਏ, ਮੁਹੰਮਦ ਸਾਹਿਬ ਕੁਰੈਸ਼ ਖਾਨਦਾਨ ਵਿੱਚ ਪੈਦਾ ਹੋਏ। ਇਹਨਾਂ ਦੇ ਪਿਤਾ ਅਬਦੁੱਲਾ ਇਹਨਾਂ ਦੇ ਜਨਮ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੀ ਉਮਰ 6 ਸਾਲਾਂ ਦੀ ਜਦੋਂ ਹੋਈ, ਇਹਨਾਂ ਦੇ ਸਤਿਕਾਰਯੋਗ ਮਾਤਾ ਅਮੀਨਾ ਉਹ ਵੀ ਅਕਾਲ ਚਲਾਣਾ ਕਰ ਗਏ। ਇਹਨਾਂ ਦੇ ਦਾਦਾ ਜੀ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਕੁਝ ਸਮੇਂ ਬਾਅਦ ਉਹ ਵੀ ਅਕਾਲ ਚਲਾਣਾ ਕਰ ਗਏ। ਫਿਰ ਇਹਨਾਂ ਨੂੰ ਸੰਭਾਲਿਆ ਇਹਨਾਂ ਦੇ ਚਾਚਾ ਜੀ ਨੇ। ਸੋ ਇਹ ਉਹਨਾਂ ਦਾ ਥੋੜ੍ਹਾ ਜਿਹਾ ਪਰਿਵਾਰਕ, ਉਹਨਾਂ ਦਾ ਜਨਮ ਤੇ ਉਹਨਾਂ ਦੀ ਛੋਟੀ ਉਮਰ ਵਿੱਚ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ। ਆਪਾਂ ਇਹ ਸਮਝ ਸਕਦੇ ਹਾਂ ਕਿ ਜਿਸ ਬੱਚੇ ਦੇ ਸਿਰ ਤੇ ਪਿਤਾ ਨਾ ਹੋਵੇ, ਮਾਤਾ ਵੀ ਨਾ ਹੋਵੇ, ਫਿਰ ਉਹਦਾ ਪਾਲਣ ਪੋਸ਼ਣ ਭਾਵੇਂ ਚਾਚੇ ਨੇ ਕੀਤਾ, ਭਾਵੇਂ ਦਾਦੇ ਨੇ ਕੀਤਾ, ਉਹਨਾਂ ਨੇ ਆਪਣੇ ਮਨੋਂ ਚੰਗਾ ਹੀ ਕੀਤਾ ਹੋਣਾ ਹੈ। ਪਰ ਮਾਂ ਪਿਓ ਵਾਲਾ ਪਿਆਰ ਕਿਸੇ ਦੂਸਰੇ ਤੋਂ ਕਦੀ ਮਿਲ ਨਹੀਂ ਸਕਦਾ ਹੁੰਦਾ। ਕੋਈ ਲੱਖ ਯਤਨ ਕਰੇ ਪਰ ਉਹ ਪਿਆਰ ਅੰਦਰੋਂ ਮਹਿਸੂਸ ਨਹੀਂ ਬੱਚੇ ਨੂੰ ਹੋ ਸਕਦਾ, ਜਿਹੜਾ ਜਿਸ ਪਿਆਰ ਨੂੰ ਉਹ ਮਾਂ ਦੀ ਗੋਦ ਵਿੱਚ ਬਹਿ ਕੇ ਮਾਣਦਾ ਹੈ, ਉਹ ਪਿਆਰ ਬਾਹਰੋਂ ਕਿਤੋਂ ਨਹੀਂ ਮਿਲ ਸਕਦਾ। ਛੋਟੀ ਉਮਰ ਵਿੱਚ ਭੇਡਾਂ ਬੱਕਰੀਆਂ ਵੀ ਚਾਰੀਆਂ। ਥੋੜ੍ਹੀ ਵੱਡੀ ਉਮਰ ਹੋਈ, ਜਿਵੇਂ 22-23 ਸਾਲਾਂ ਦੀ, ਤੇ ਮੁਹੰਮਦ ਸਾਹਿਬ ਦਾ ਮਿਲਾਪ ਇੱਕ
ਖਾਦੀਜਾ ਨਾਮ ਦੀ ਔਰਤ ਨਾਲ ਹੋਇਆ, ਜਿਹਦਾ ਵਪਾਰ ਕੇਵਲ ਮੱਕੇ ਵਿੱਚ ਨਹੀਂ ਹੋਰ ਦੂਰ ਦੁਰੇਡੇ ਤੱਕ ਚੱਲਦਾ ਸੀ। ਮੁਹੰਮਦ ਸਾਹਿਬ ਨੇ ਉਸ ਦੇ ਨਾਲ ਨੌਕਰੀ ਸ਼ੁਰੂ ਕੀਤੀ ਸੀ। ਖਾਦੀਜਾ ਉਸ ਨੂੰ ਆਪਣੇ ਵਪਾਰ ਦੇ ਸਬੰਧ ਵਿੱਚ ਬਾਹਰ ਭੇਜਣ ਲੱਗ ਪਈ। ਉਹਦੀ ਇਮਾਨਦਾਰੀ ਤੇ ਉਹਦੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਸਨ, ਜਿਹੜੇ ਉਹਦੇ ਅੰਦਰ ਚੰਗੇ ਗੁਣ ਸਨ, ਇਮਾਨਦਾਰੀ ਸੀ, ਉਹ ਸਭ ਕੁਝ ਨੂੰ ਵੇਖ ਕੇ ਖਾਦੀਜਾ ਨੇ ਉਹਦੇ ਨਾਲ ਵਿਆਹ ਕਰਾਉਣ ਦੀ ਸਲਾਹ ਉਹਨੂੰ ਦਿੱਤੀ। ਖਾਦੀਜਾ ਦਾ ਉਦੋਂ ਦੀ ਉਮਰ 40 ਵਰ੍ਹਿਆਂ ਦੀ ਹੈ ਤੇ ਮੁਹੰਮਦ ਸਾਹਿਬ ਦੀ ਉਮਰ ਉਦੋਂ 25 ਸਾਲਾਂ ਦੀ ਹੈ। ਉਹ ਵਿਧਵਾ ਔਰਤ ਹੈ, ਪਰ ਮੁਹੰਮਦ ਸਾਹਿਬ ਨੇ ਉਹਦੀ ਉਸ ਸਲਾਹ ਨੂੰ ਪ੍ਰਵਾਨ ਕਰ ਲਿਆ। ਉਹਦੇ ਨਾਲ ਵਿਆਹ ਹੋਇਆ ਤੇ ਇਹਨਾਂ ਦੇ 6 ਬੱਚੇ ਹੋਏ, 4 ਧੀਆਂ ਤੇ 2 ਪੁੱਤਰ। ਸਾਰੀ ਜ਼ਿੰਦਗੀ ਜਿੰਨਾ ਚਿਰ ਵੀ ਇਹ ਜਿੰਦਾ ਰਹੇ, ਇਹਨਾਂ ਦਾ ਵਿਆਹ ਸੰਬੰਧ, ਪਿਆਰ ਸੰਬੰਧ ਬੜਾ ਸੋਹਣਾ ਬੀਤਿਆ। ਮੁਹੰਮਦ ਸਾਹਿਬ ਤਕਰੀਬਨ 30 ਕੁ ਸਾਲਾਂ ਦੀ ਉਮਰ ਸੀ ਜਦੋਂ ਉੱਥੇ ਇੱਕ ਹੀਰਾ ਨਾਮਕ ਪਹਾੜ ਏ, ਜਿਹਦੀ ਕੰਦਰਾ ਵਿੱਚ ਜਾ ਕੇ ਬੈਠ ਕੇ ਧਿਆਨ ਕਰਿਆ ਕਰਦੇ ਸਨ। ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਿਆ ਤੇ ਇਸ ਤਰ੍ਹਾਂ ਆਪਾਂ ਨੂੰ ਇਤਿਹਾਸ ਨੇ ਦੱਸਿਆ ਕਿ ਉਹ ਵੀ ਜੰਗਲਾਂ ਵਿੱਚ ਜਾ ਕੇ ਬੈਠਦੇ, ਕਦੀ ਮੜੀਆਂ ਵਿੱਚ ਬੈਠੇ ਰਹਿੰਦੇ ਤੇ ਅਖੀਰ ਸੁਲਤਾਨਪੁਰ ਵਿਖੇ ਵੇਈ ਨਦੀ ਵਿੱਚ ਉਹ 3 ਦਿਨਾਂ ਲਈ ਕਿਤੇ ਗਾਇਬ ਹੋ ਗਏ ਸਨ। ਭਾਵੇਂ ਉਹ ਜਨਮ ਤੋਂ ਗੁਰੂ ਸਨ, ਪਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਹੋਰ ਕੁਝ ਨਹੀਂ ਕੀਤਾ ਦੁਨਿਆਵੀ ਤੌਰ ਤੇ। ਕੇਵਲ ਫਿਰ ਉਹਨਾਂ ਨੇ ਸਮਾਜ ਸੁਧਾਰ ਦਾ ਕੰਮ ਕੀਤਾ। ਲੋਕਾਂ ਨੂੰ ਕਰਮ ਕਾਂਡਾਂ, ਵਹਿਮਾਂ ਭਰਮਾਂ ਚੋਂ ਕੱਢ ਕੇ ਇੱਕ ਰੱਬ ਨਾਲ ਜੋੜਨ ਦਾ ਉਹਨਾਂ ਨੇ ਯਤਨ ਕੀਤਾ। ਇਹ ਮੁਹੰਮਦ ਸਾਹਿਬ ਵੀ ਉੱਥੇ ਪਹਾੜ ਦੀ ਗੁਫਾ ਵਿੱਚ, ਕੰਦਰਾ ਵਿੱਚ ਜਾ ਕੇ ਬੈਠਿਆ ਕਰਦੇ ਸਨ। 610 ਵਿੱਚ ਜਦੋਂ ਉਹਨਾਂ ਦੀ ਉਮਰ 40 ਸਾਲਾਂ ਦੀ ਸੀ, ਉਹਨਾਂ ਨੂੰ ਉੱਥੇ ਪਹਾੜ ਦੀ ਗੁਫਾ ਵਿੱਚ ਬੈਠਿਆਂ ਇੱਕ ਫਰਿਸ਼ਤਾ ਮਿਲਿਆ, ਜਿਸ ਨੂੰ ਆਪਾਂ ਜਬਰਾਈਲ ਆਖਦੇ ਹਾਂ ਤੇ ਅੰਗਰੇਜ਼ੀ ਵਾਲੇ ਨੂੰ ਗੈਬਰੀਅਲ ਆਖਦੇ ਨੇ। ਉਹ ਫਰਿਸ਼ਤਾ ਮਿਲਿਆ। ਉਸ ਨੇ ਇਹਨਾਂ ਨੂੰ ਕੋਈ ਰੱਬੀ ਪੈਗਾਮ ਦਿੱਤਾ। ਉਹ ਪੈਗਾਮ ਜਿਹੜਾ ਉਸ ਫਰਿਸ਼ਤੇ ਤੋਂ ਮੁਹੰਮਦ ਸਾਹਿਬ ਨੂੰ ਮਿਲਿਆ, ਉਹ ਪੈਗਾਮ ਲੈ ਕੇ ਇਹਨਾਂ ਨੇ ਉਹ ਮਾਨਵ ਜਾਤੀ ਵਿੱਚ ਵੰਡਣਾ ਸ਼ੁਰੂ ਕੀਤਾ, ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ, ਜਿਸ ਤੋਂ ਉਹਨਾਂ ਨੂੰ ਪੈਗੰਬਰ ਆਖਿਆ ਜਾਣ ਲੱਗ ਪਿਆ। ਸੋ 610 ਈਸਵੀ ਵਿੱਚ ਤਕਰੀਬਨ 40 ਸਾਲਾਂ ਦੀ ਉਮਰ ਵਿੱਚ ਉਹਨਾਂ ਨੂੰ ਇਹ ਗਿਆਨ ਹੋਇਆ, ਇਨਲਾਈਟਨਮੈਂਟ ਕਹਿ ਲਈਏ, ਪ੍ਰਕਾਸ਼ ਕਹਿ ਲਈਏ। ਉਹਨਾਂ ਨੂੰ 40 ਸਾਲ ਦੀ ਉਮਰ ਵਿੱਚ ਗਿਆਨ ਹਾਸਲ ਹੋਇਆ। ਫਿਰ ਉਹਨਾਂ ਨੇ ਕੁਝ ਸ਼ੁਰੂਆਤੀ ਸੰਦੇਸ਼ ਮਾਨਵ ਜਾਤੀ ਨੂੰ ਦੇਣੇ ਪ੍ਰਾਰੰਭ ਕੀਤੇ, ਜਿਹਦੇ ਵਿੱਚ ਉਹ ਆਖਦੇ ਹੁੰਦੇ ਸਨ ਕਿ ਖੁਦਾ ਇੱਕ ਏ। ਜਿਵੇਂ ਅਸੀਂ ਵੇਖਦੇ ਹਾਂ ਹਿੰਦੁਸਤਾਨੀ ਲੋਕ ਅਨੇਕ ਭਾਂਤ ਦੇ ਭਗਵਾਨਾਂ ਦੀ ਪੂਜਾ ਕਰਦੇ ਨੇ, ਭਾਵੇਂ ਉਹ ਆਖਣ ਨੂੰ ਕਹਿ ਦਿੰਦੇ ਨੇ ਰੱਬ ਇੱਕ ਹੀ ਏ, ਪਰਮਾਤਮਾ ਇੱਕ ਹੀ ਏ, ਉਹ ਆਖਣ ਦੀਆਂ ਗੱਲਾਂ ਨੇ, ਪਰ ਉਹ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਗਾਡ ਕਹਿ ਕੇ, ਪਰਮਾਤਮਾ ਕਹਿ ਕੇ, ਭਗਵਾਨ ਆਖ ਕੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਨੇ। ਭਾਵੇਂ ਅੱਜ ਸਿੱਖ ਸਮਾਜ ਵੱਲ ਆਪਾਂ ਝਾਤੀ ਮਾਰ ਕੇ ਵੇਖੀਏ, ਅਸੀਂ ਆਖੀ ਵੀ ਜਾਂਦੇ ਹਾਂ ਕਿ ਸਾਡਾ ਇੱਕੋ ਗੁਰੂ ਹੈ, ਸ਼ਬਦ ਗੁਰੂ, ਤੇ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਅਸੀਂ ਇਹ ਵੀ ਗੱਲ ਆਖੀ ਜਾਂਦੇ ਹਾਂ ਕਿ ਸਮੁੱਚੀ ਮਾਨਵਤਾ ਦਾ ਇੱਕੋ ਹੀ ਰੱਬ ਹੈ, ਪਰਮਾਤਮਾ ਵਾਹਿਗੁਰੂ।
ਅਸੀਂ ਇਹ ਵੀ ਆਖੀ ਜਾਂਦੇ ਹਾਂ ਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ। ਅਸੀਂ ਇਹ ਵੀ ਰੋਜ਼ ਪੜ੍ਹੀ ਜਾ ਰਹੇ ਹਾਂ ਕਿ ਸਭ ਮੈਂ ਜੋਤ ਜੋਤ ਹੈ ਸੋਏ। ਤੁਸੀਂ ਇਮਾਨਦਾਰੀ ਨਾਲ ਵੇਖਣਾ ਆਪਣੇ ਆਪਣੇ ਅੰਦਰ, ਮੈਂ ਆਪਣੇ ਅੰਦਰ ਵੇਖਾਂ, ਤੁਸੀਂ ਆਪਣੇ ਆਪਣੇ ਅੰਦਰ ਵੇਖੋ ਕਿ ਕੀ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਹਾਂ। ਅੱਜ ਪੰਜਾਬ ਦੇ ਅੰਦਰ ਜਿੰਨੀ ਕਬਰਾਂ ਦੀ ਮੜੀਆਂ ਦੀ ਪੂਜਾ ਹੁੰਦੀ ਹੈ, ਇੰਨੀ ਸ਼ਾਇਦ ਬਾਹਰ ਕਿਤੇ ਵੀ ਨਾ ਹੁੰਦੀ ਹੋਵੇ। ਉਂਝ ਅਸੀਂ ਕਹਿ ਰਹੇ ਹਾਂ ਰੱਬ ਇੱਕ ਹੈ, ਸਾਡਾ ਗੁਰੂ ਇੱਕ ਹੈ। ਇਹ ਕੌਣ ਸਾਨੂੰ ਦੱਸੇਗਾ ਵੀ ਅਸੀਂ ਕਰ ਕੀ ਰਹੇ ਹਾਂ ਤੇ ਆਖ ਕੀ ਰਹੇ ਹਾਂ? ਕਰਮ ਸਾਡੇ ਕੀ ਨੇ ਤੇ ਸਾਡੇ ਬਚਨ ਕੀ ਨੇ? ਸਾਨੂੰ ਗੁਰੂ ਸਾਹਿਬ ਨੇ ਇਹ ਬਚਨ ਗੁਰਬਾਣੀ ਵਿੱਚ ਬਾਰ-ਬਾਰ ਆਖੇ ਨੇ ਕਿ ਅੰਦਰੋਂ ਤੇ ਬਾਹਰੋਂ ਇੱਕ ਹੋਵੋ। ਜਿੰਨਾ ਚਿਰ ਤੁਸੀਂ ਅੰਦਰੋਂ ਤੇ ਬਾਹਰੋਂ ਇੱਕ ਨਹੀਂ ਹੁੰਦੇ, ਉਨਾ ਚਿਰ ਇੱਕ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ? ਉਹ ਤੇ ਭਾਈ ਗੁਰਦਾਸ ਨੇ ਆਖਿਆ ਸੱਚ ਸੰਪੂਰਨ ਨਿਰਮਲ, ਤਿਸ ਵਿੱਚ ਮੈਲ ਨਾ ਰਲ, ਤਿਸ ਵਿੱਚ ਝੂਠ ਨਾ ਰਲਦਾ ਕਾਈ। ਉਸ ਸੱਚ ਵਿੱਚ ਰਾਈ ਭਰ ਵੀ ਝੂਠ ਨਹੀਂ ਰਲ ਸਕਦਾ। ਤੇ ਅਸੀਂ ਕਰ ਕੀ ਰਹੇ ਹਾਂ? ਮੁਹੰਮਦ ਸਾਹਿਬ ਆਖਦੇ ਸਨ ਖੁਦਾ ਇੱਕ ਹੈ। ਇਹਦਾ ਮਤਲਬ ਹੈ ਕਿ ਇਸਲਾਮ ਵਿੱਚ ਵੀ ਉਦੋਂ ਕਈ ਸਾਰੇ ਖੁਦਾ ਹੋਣਗੇ। ਫਿਰ ਉਹਨਾਂ ਨੇ ਸਮਾਜਿਕ ਨਿਆਂ ਦੀ ਗੱਲ ਕੀਤੀ ਕਿ ਚੰਗੇ ਤਕੜੇ ਲੋਕਾਂ ਨੂੰ ਨਿਆਂ ਮਿਲਦਾ ਹੈ, ਮਾੜੇ ਲੋਕ ਕੋਰਟਾਂ ਕਚਹਿਰੀਆਂ ਦੇ ਗੇੜੇ ਕੱਢਦੇ ਰਹਿੰਦੇ ਨੇ, ਵਕੀਲਾਂ ਨੂੰ ਧਨ ਲਟਾਉਂਦੇ ਰਹਿੰਦੇ ਨੇ, ਪਰ ਨਿਆਂ ਤੇ ਨਹੀਂ ਮਿਲਦਾ। ਆਹ ਜਿਹੜੇ ਦਿਨ ਚੱਲਦੇ ਨੇ ਪਏ 1 ਤਰੀਕ ਤੋਂ ਲੈ ਕੇ 6-7 ਤਰੀਕ ਤੱਕ, ਸਿੱਖਾਂ ਦਾ ਜਿਹੜਾ ਨਸਲਕੁਸ਼ੀ ਹੋਈ ਇਹਨਾਂ ਦਿਨਾਂ ਵਿੱਚ, ਜਿਸ ਨੂੰ ਆਪਾਂ 84 ਦਾ ਘੱਲੂਘਾਰਾ ਆਖਦੇ ਹਾਂ, ਕਿਸ ਢੰਗ ਨਾਲ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ, ਉਹਨਾਂ ਦੇ ਕੇਸ ਕਤਲ ਕੀਤੇ ਗਏ, ਉਹਨਾਂ ਨੂੰ ਜਿਉਂਦਿਆਂ ਉੱਤੇ ਤੇਲ ਪਾ ਕੇ ਅੱਗ ਲਾ ਕੇ ਸਾੜਿਆ ਗਿਆ, ਧੀਆਂ ਭੈਣਾਂ ਮਾਵਾਂ ਦੀ ਬੇਪੱਤੀ ਹੋਈ। ਤੇ ਅੱਜ ਤੱਕ 40 ਸਾਲ ਬੀਤ ਗਏ ਨੇ, ਲੋਕ ਨਿਆਂ ਦੀ ਮੰਗ ਕਰਦੇ ਨੇ। ਕੀ ਨਿਆਂ ਮਿਲਿਆ ਕਿਸੇ ਨੂੰ? ਹੁਣ ਕਹਿੰਦੇ ਨੇ ਨਿਆਂ ਮਿਲ ਜਾਏਗਾ। ਹੁਣ ਕਾਹਦਾ ਨਿਆਂ ਮਿਲਣਾ ਹੈ? ਜਿਨ੍ਹਾਂ ਲੋਕਾਂ ਨੇ ਅਪਰਾਧ ਕੀਤਾ, ਇਹ ਜ਼ੁਲਮ ਕੀਤਾ ਸਿੱਖ ਕੌਮ ਦੇ ਉੱਤੇ, 40 ਸਾਲ ਬੀਤਣ ਤੋਂ ਬਾਅਦ ਉਹ ਹੁਣ ਬੁੱਢੇ ਠੇਰੇ ਹੋ ਗਏ ਨੇ, ਅੱਬਲ ਤੇ ਅੱਧਿਓਂ ਵੱਧ ਮਰ ਗਏ ਨੇ ਉਹ। ਤੇ ਜਿਹੜੇ ਜਿਉਂਦੇ ਨੇ ਉਹ ਬੁੱਢੇ ਨੇ, ਉਹਨਾਂ ਨੂੰ ਹੁਣ ਜੇਲ੍ਹ 'ਚ ਬਿਠਾ ਦਿਓ, ਭਾਵੇਂ ਘਰ ਬੈਠੇ ਰਹਿਣ, ਹੁਣ ਤੇ ਕੀ ਫਰਕ ਪੈਣਾ? ਕਾਹਦਾ ਨਿਆਂ ਮਿਲੇਗਾ ਹੁਣ? ਸੋ ਇਹ ਜਿਹੜਾ ਸਮਾਜਿਕ ਨਿਆਂ ਦਾ ਤਾਣਾ ਬਾਣਾ ਹੈ, ਇਹ ਇੰਨਾ ਉਲਝ ਚੁੱਕਾ ਹੈ। ਜਾਂ ਤੇ ਪੈਸੇ ਵਾਲੇ ਨੂੰ ਨਿਆਂ ਮਿਲਦਾ ਹੈ ਤੇ ਜਾਂ ਨਿਆਂ ਮਿਲਦਾ ਹੈ ਫਿਰ ਜਿਹਦੀਆਂ ਬਾਹਾਂ ਵਿੱਚ ਬਾਲੇ ਉਹਨੂੰ ਨਿਆਂ ਮਿਲਦਾ ਹੈ। ਇਹ ਕੋਰਟ, ਇਹ ਕਚਹਿਰੀਆਂ, ਅਸੀਂ ਜੱਜ ਸਾਹਿਬ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹਾਂ, ਲੇਕਿਨ ਕਿਸੇ ਨਾ ਕਿਸੇ ਰੂਪ ਵਿੱਚ ਉਹ ਵੀ ਸਰਕਾਰੀ ਤੰਤਰ ਦੇ ਥੱਲੇ ਹੀ ਕੰਮ ਕਰਦੇ ਨੇ। ਉਹ ਆਜ਼ਾਦ ਨਹੀਂ ਹਨ। ਉਹ ਤੇ ਦੁਨਿਆਵੀ ਕਚਹਿਰੀਆਂ ਨੇ। ਸਾਨੂੰ ਤੇ ਗੁਰੂ ਸਾਹਿਬ ਨੇ ਇੱਕ ਕਚਹਿਰੀ ਦਿੱਤੀ ਸੀ, ਜਿਸ ਨੂੰ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਆਖਦੇ ਹਾਂ। ਕਿ ਉਹਦੀ ਆਜ਼ਾਦ ਹਸਤੀ ਹੈ ਅੱਜ? ਉਹ ਵੀ ਤੇ ਉਹ ਸਰਕਾਰੀ ਤੰਤਰ ਜਿਹੜਾ ਭਾਵੇਂ SGPC ਦੇ ਰੂਪ ਵਿੱਚ, ਚਾਹੇ ਅਕਾਲੀ ਦਲ ਦੇ ਰੂਪ ਵਿੱਚ, ਉਹਦੇ ਅਧੀਨ ਹੀ ਕੰਮ ਕਰਦੇ ਨੇ। ਸੋ ਨਿਆਂ ਦੀ ਕਿਤੋਂ ਆਸ ਰੱਖੀ ਨਹੀਂ ਜਾ ਸਕਦੀ। ਬਸ ਇੱਕੋ ਹੀ ਹੁਣ ਤਾਂ ਪਰਮਾਤਮਾ, ਉਹ ਹੀ ਗਰੀਬਾਂ, ਨਿਮਾਣਿਆਂ ਤੇ ਨਤਾਣਿਆਂ ਦੀ ਬੌੜੀ ਕਰਨ ਵਾਲਾ ਹੈ। ਮੁਹੰਮਦ ਸਾਹਿਬ ਨੇ ਸਮਾਜਿਕ ਨਿਆਂ ਦੀ ਗੱਲ ਕੀਤੀ, ਉਹਨਾਂ ਨੇ ਦਾਨ ਦੀ ਗੱਲ ਕੀਤੀ, ਉਹਨਾਂ ਨੇ ਕੁਝ ਹਿੱਸਾ, ਜਿਵੇਂ ਆਪਾਂ ਦਸਵੰਧ ਕੱਢਦੇ ਹਾਂ, ਉਹ ਪਤਾ ਨਹੀਂ 40ਵਾਂ ਹਿੱਸਾ ਕੱਢਦੇ ਨੇ ਕਿ ਕਿੰਨਵਾਂ, ਕੁਝ ਇਸ ਤਰ੍ਹਾਂ ਹੈ।
ਉਹ ਕੰਧਾਂ ਨੂੰ ਸੋਨਾ ਲਾਉਣ ਲਈ ਨਹੀਂ ਸੀ ਹੁੰਦਾ, ਜਿਵੇਂ ਅੱਜ ਆਪਾਂ ਵੀ ਲਾ ਰਹੇ ਹਾਂ। ਉਹ ਹੁੰਦਾ ਸੀ ਗਰੀਬਾਂ ਦੀ ਮਦਦ ਕਰਨ ਲਈ, ਲੋੜਵੰਦਾਂ ਨੂੰ ਰੋਟੀ ਕੱਪੜਾ ਦੇਣ ਲਈ। ਉਹ ਮਹਿਲ ਉਸਾਰਨ ਲਈ ਨਹੀਂ ਸੀ ਹੁੰਦਾ। ਸਾਡਾ ਵੀ ਦਸਵੰਧ ਜਿਹੜਾ ਤੁਸੀਂ ਦਿੰਦੇ ਹੋਵੋਗੇ, ਉਹ ਕਿੱਥੇ ਜਾਂਦਾ ਹੈ? ਉਹ ਕੰਧਾਂ ਕੌਲਿਆਂ ਨੂੰ ਹੀ ਲੱਗਦਾ ਹੈ। ਗਰੀਬ ਦੇ ਘਰ 1 ਪੈਸਾ ਤੁਹਾਡਾ ਨਹੀਂ ਪਹੁੰਚਦਾ, ਜੋ ਕਿ ਗੁਰੂ ਨਾਨਕ ਸਾਹਿਬ ਦੇ ਮੱਤ ਦੇ ਬਿਲਕੁਲ ਹੀ ਖਿਲਾਫ ਹੈ। ਗੁਰੂ ਨਾਨਕ ਸਾਹਿਬ ਨੇ ਸੰਗਤਾਂ ਬਣਾਈਆਂ ਸਨ, ਕਿਤੇ ਵੀ ਉਹਨਾਂ ਮਹਿਲ ਉਸਾਰ ਕੇ ਨਹੀਂ ਸੀ ਆਖਿਆ ਵੀ ਲਓ ਮੈਂ ਤੁਹਾਨੂੰ ਡੇਰਾ ਪਾ ਦਿੱਤਾ ਹੈ ਤੇ ਤੁਸੀਂ ਹੁਣ ਇੱਥੇ ਬਹਿ ਕੇ ਭਜਨ ਕਰਿਆ ਕਰ। ਉਹਨਾਂ ਆਖਿਆ ਸੀ, ਆਹ ਸ਼ਬਦ ਤੁਸੀਂ ਲਿਖ ਲਵੋ ਮੇਰੇ ਕੋਲੋਂ, ਹਰ ਘਰ ਵਿੱਚ ਇਹ ਸ਼ਬਦ ਨੂੰ ਆਪ ਪੜ੍ਹੋ, ਇਕੱਠੇ ਬਹਿ ਕੇ ਪੜ੍ਹੋ, ਵਿਚਾਰ ਕਰੋ ਤੇ ਜ਼ਿੰਦਗੀ ਵਿੱਚ ਇਹਨੂੰ ਅਮਲ 'ਚ ਲਿਆਓ। ਆਹ ਸੀ ਸੰਗਤ। ਸੋਨੇ ਦੇ ਮਹਿਲ ਉਸਾਰਨ ਦੀ ਤੇ ਲੋੜ ਹੀ ਨਹੀਂ ਸੀ ਸਾਨੂੰ। ਕੰਮ ਉਹ ਕਰਨਾ ਸੀ ਜਿਹੜਾ ਉਹ ਆਪਾਂ ਕੀਤਾ ਨਹੀਂ। ਮੁਹੰਮਦ ਸਾਹਿਬ ਨੇ ਦਾਨ ਦੀ ਰਸਮ ਪ੍ਰਾਰੰਭ ਕੀਤੀ ਇਸਲਾਮ ਵਿੱਚ। ਦਇਆ, ਅੱਜ ਕਿੰਨੀ ਕੁ ਦਇਆ ਰਹਿ ਗਈ ਇਹਨਾਂ ਲੋਕਾਂ ਵਿੱਚ, ਆਪਾਂ ਸਾਰੇ ਵੇਖਦੇ ਹੀ ਹਾਂ। ਉਹ ਆਪਣੇ ਆਪ ਨੂੰ ਲੋਕਾਂ ਨੂੰ ਮਾਰ ਕੇ ਮਰ ਜਾਣ ਲਈ ਉਹ ਸਮਝਦੇ ਨੇ ਕਿ ਸਾਨੂੰ ਬਹਿਸ਼ਤ ਮਿਲੇਗੀ। ਕੀ ਭਲਾ ਮੁਹੰਮਦ ਸਾਹਿਬ ਨੇ ਇਹੋ ਜਿਹੀ ਦਇਆ ਇਹਨਾਂ ਨੂੰ ਸਿਖਾਈ ਹੋਏਗੀ? ਸੋ ਜੀ, ਇਹ ਸਾਰੀਆਂ ਚੀਜ਼ਾਂ ਸਮਝਣ ਗੋਚਰੀਆਂ ਨੇ ਔਰ ਇਹਨਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਆਪਾਂ ਵੀ ਤੇ ਉਹ ਲੋਕ ਵੀ ਸਾਰੇ ਵਿਚਾਰਨ ਵੀ ਇਹ ਮਾਨਸ ਜਾਤੀ ਅੱਜ ਕਿਹੜੀ ਥਾਂ 'ਤੇ ਜਾ ਕੇ ਖੜੀ ਹੋ ਗਈ ਹੈ। ਅਸੀਂ ਮਨੁੱਖ ਜਾਤੀ ਦਾ ਇਕਾਨ ਕਰਨ 'ਤੇ ਤੁਲੇ ਹੋਏ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ। 622 ਈਸਵੀ ਵਿੱਚ ਜਦੋਂ ਮੱਕੇ ਦੇ ਵਿੱਚ ਮੁਹੰਮਦ ਸਾਹਿਬ ਨੇ ਗੱਲਾਂ ਕੀਤੀਆਂ, ਇਹ ਬਚਨ ਆਖੇ ਜੋ ਉਹਨਾਂ ਨੂੰ ਫਰਿਸ਼ਤੇ ਤੋਂ ਪ੍ਰਾਪਤ ਹੋਏ ਸਨ, ਜਿਹੜੀਆਂ ਬਾਅਦ ਵਿੱਚ ਆਇਤਾਂ ਬਣੀਆਂ ਤੇ ਉਹਨਾਂ ਤੋਂ ਕੁਰਾਨ ਸ਼ਰੀਫ ਲਿਖੀ ਗਈ। ਉਹ ਲੋਕਾਂ ਨੂੰ ਪਸੰਦ ਨਹੀਂ ਸਨ, ਲੋਕ ਲੜਦੇ ਸਨ, ਤੰਗ ਕਰਦੇ ਸਨ। ਜਿਹੜੇ ਇਸਲਾਮ ਮਤ ਨੂੰ ਧਾਰਨ ਕਰਦੇ ਲੋਕ ਉਹਨਾਂ ਨੂੰ ਪੰਥ 'ਚੋਂ ਛੇਕ ਦਿੰਦੇ। ਉਹ ਫਿਰ 622 ਈਸਵੀ ਵਿੱਚ ਮੱਕੇ ਦੇ ਇਹਨਾਂ ਇਹੋ ਜਿਹੇ ਲੋਕਾਂ ਤੋਂ ਤੰਗ ਆ ਕੇ ਉਹ ਮਦੀਨੇ ਚਲੇ ਗਏ। ਉਸ ਨੂੰ ਹਿਜਰੀ ਦਾ ਸੰਮਤ ਆਖਦੇ ਨੇ। ਹਿਜਰ ਦਾ ਮਤਲਬ ਹੁੰਦਾ ਛੱਡਣਾ, ਕਿਸੇ ਦੂਜੇ ਥਾਂ 'ਤੇ ਚਲੇ ਜਾਣਾ। ਉਦੋਂ ਤੋਂ ਉਹਨਾਂ ਦਾ ਇਹ ਸਾਲ ਸੰਮਤ ਪ੍ਰਾਰੰਭ ਹੁੰਦਾ 622 ਈਸਵੀ ਤੋਂ। ਉਹ ਚਲੇ ਗਏ ਮਦੀਨੇ। ਉੱਥੇ ਉਹਨਾਂ ਨੇ ਇੱਕ ਨਵੇਂ ਭਾਈਚਾਰੇ ਦਾ ਨਿਰਮਾਣ ਕੀਤਾ। ਭਾਈਚਾਰੇ ਦੀ ਏਕਤਾ ਦੀ ਗੱਲ ਕੀਤੀ। ਮੁਸਲਮਾਨਾਂ, ਯਹੂਦੀਆਂ, ਈਸਾਈਆਂ ਤੇ ਹੋਰ ਵੀ ਜਿਹੜੇ ਮਤਾਂ ਦੇ ਲੋਕ ਉਸ ਮਦੀਨੇ ਵਿੱਚ ਰਹਿੰਦੇ ਸਨ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਇੱਕ ਖੁਦਾ ਨਾਲ ਜੁੜਨ ਦੀ ਗੱਲ ਕੀਤੀ ਵੀ ਤੁਸੀਂ ਇਕੱਲੇ ਕੋਈ ਉਸ ਗੁਰੂ ਨੂੰ ਮੰਨਦਾ, ਕੋਈ ਉਸ ਪੀਰ ਨੂੰ ਮੰਨਦਾ ਹੈ, ਕੋਈ ਕਿਸੇ ਦੇਵਤੇ ਦੇ ਪਿੱਛੇ ਦੌੜਿਆ ਫਿਰਦਾ, ਕੋਈ ਕਿਸੇ ਦੇਵੀ ਦੇ ਪਿੱਛੇ ਭੱਜਾ ਫਿਰਦਾ ਹੈ। ਇਹਨੂੰ ਛੱਡੋ, ਸਾਰੇ ਇੱਕ ਹੋਈਏ। ਔਰ ਆਪਾਂ ਤੇ ਬਾਰ-ਬਾਰ ਗੁਰਬਾਣੀ 'ਚੋਂ ਪੜ੍ਹ ਹੀ ਰਹੇ ਹਾਂ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ। ਸਮੁੱਚੀ ਮਾਨਵ ਜਾਤੀ, ਸਮੁੱਚੇ ਜੀਵਾਂ ਦਾ ਪਿਤਾ ਇੱਕ ਹੈ। ਫਿਰ ਵਿਤਕਰੇ ਕਿਸ ਗੱਲ ਦੇ, ਲੜਾਈਆਂ ਤੇ ਝਗੜੇ ਕਿਹੜੀ ਗੱਲੋਂ, ਇੱਕ ਦੂਜੇ ਨਾਲ ਨਫ਼ਰਤ ਕਿਉਂ? ਅਸੀਂ ਕਿਉਂ ਨਹੀਂ ਮੁਸਲਮਾਨਾਂ, ਹਿੰਦੂਆਂ, ਈਸਾਈਆਂ, ਜੈਨੀਆਂ, ਬੋਧੀਆਂ ਨੂੰ ਪਿਆਰ ਕਰਦੇ? ਉਹ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਭਰਾ ਕਿਉਂ ਨਹੀਂ ਬਣ ਕੇ ਰਹਿੰਦੇ? ਜਦ ਗੁਰੂ ਜੀ ਕਹਿ ਰਹੇ ਨੇ, ਕੋਈ ਮੈਂ ਤਾਂ ਨਹੀਂ ਨਾ ਆਪਣੇ ਕੋਲੋਂ ਕਹਿ ਰਿਹਾ। ਇਹ ਕੰਮ ਮੁਹੰਮਦ ਸਾਹਿਬ ਨੇ ਕੀਤਾ। ਇਹ ਮੱਕੇ ਵਾਲੇ ਲੋਕ ਮਦੀਨੇ ਤੱਕ ਪਹੁੰਚੇ ਉਹਨਾਂ ਨੂੰ ਮਾਰਨ ਵਾਸਤੇ। ਲੇਕਿਨ ਇਸ ਤੋਂ ਪਹਿਲਾਂ 2-3 ਲੜਾਈਆਂ ਹੋਈਆਂ ਜਿਨ੍ਹਾਂ ਵਿੱਚ ਮੁਹੰਮਦ ਸਾਹਿਬ ਜਿੱਤ ਹਾਸਲ ਕਰਦੇ ਰਹੇ। ਇਹ ਜਿਹੜੀ ਆਖਰੀ ਲੜਾਈ ਮਦੀਨੇ ਵਿੱਚ 627 ਈਸਵੀ ਵਿੱਚ ਹੋਈ,
ਮੱਕੇ ਵਾਲੇ ਲੋਕ ਹਾਰ ਕੇ ਵਾਪਸ ਮੱਕੇ ਆ ਗਏ ਤੇ ਮੁਹੰਮਦ ਸਾਹਿਬ ਨੇ ਉਸ ਤੋਂ ਕੁਝ ਸਮੇਂ ਬਾਅਦ ਯਾਨੀ 3 ਸਾਲਾਂ ਬਾਅਦ ਕੋਈ ਤਕਰੀਬਨ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਕਿ 10,000 ਲੋਕਾਂ ਨੂੰ ਨਾਲ ਲੈ ਕੇ ਫਿਰ ਮਦੀਨੇ ਤੋਂ ਵਾਪਸ ਮੱਕੇ ਆ ਗਏ। ਮੱਕੇ ਆ ਕੇ ਉਹਨਾਂ ਨੇ ਕੋਈ ਕਤਲੋ ਗਾਰਦ ਨਹੀਂ ਕੀਤੀ, ਬੜੇ ਪਿਆਰ ਨਾਲ ਉਹਨਾਂ ਲੋਕਾਂ ਨੂੰ ਗੱਲ ਸਮਝਾਈ ਤੇ ਜਦੋਂ ਉਹਨਾਂ ਕੋਲ ਹੁਣ ਤਾਕਤ ਸੀ ਹੁਣ ਲੋਕ ਉਹਨਾਂ ਦੀ ਗੱਲ ਮੰਨਣ ਲੱਗ ਪਏ ਸੀ। ਜਦੋਂ ਇਕੱਲੇ ਲੋਕਾਂ ਨੂੰ ਸਮਝਾਉਂਦੇ ਸੀ ਖੁਦਾ ਇੱਕ ਸਮਾਜਿਕ ਭਾਈਚਾਰੇ ਦੀ ਗੱਲ ਕਰਦੇ, ਲੋਕਾਂ ਨਾਲ ਪਿਆਰ ਕਰਨ ਦੀ ਗੱਲ ਕਰਦੇ ਤੇ ਲੋਕ ਉਹਨਾਂ ਨੂੰ ਇੱਟਾਂ ਵੱਟੇ ਹੀ ਮਾਰਦੇ ਸਨ। ਆਪਾਂ ਵੇਖ ਲਿਆ ਨਾ, ਇੱਕ ਬੀਬੀ ਉਹਨਾਂ ਤੇ ਕੂੜਾ ਹੀ ਸੁੱਟੀ ਆਉਂਦੀ ਸੀ ਹਰ ਰੋਜ਼। ਸੋ ਜਦੋਂ ਉਹਨਾਂ ਕੋਲ ਹੁਣ ਤਾਕਤ ਹੋ ਗਈ, 10,000 ਲੋਕ ਨਾਲ ਨੇ ਤੇ ਇਹ ਹੁਣ ਮੱਕੇ ਵਾਲੇ ਲੋਕ ਸ਼ਾਂਤ ਰਹੇ। ਉਹਨਾਂ ਨੇ ਆ ਕੇ ਇਸ ਕਾਬੇ ਦੇ ਉੱਤੇ ਕਬਜ਼ਾ ਕੀਤਾ। ਉਹਦੇ ਅੰਦਰ ਦੱਸਦੇ ਨੇ 360 ਬੁੱਤ ਸਨ ਉਦੋਂ, ਉਹਨੂੰ ਬੁੱਤਖਾਨਾ ਹੀ ਕਹਿੰਦੇ ਸਨ। ਇਹ ਕਾਬਾ ਕੋਈ ਮੁਹੰਮਦ ਸਾਹਿਬ ਦਾ ਬਣਾਇਆ ਹੋਇਆ ਨਹੀਂ, ਇਹ ਉਸ ਤੋਂ ਪੁਰਾਣਾ ਇੱਕ ਮੰਦਰ ਬੁੱਤਖਾਨਾ ਸੀ ਇਹ, ਜਿਹਦੇ ਵਿੱਚ ਇੱਕ ਸਭ ਤੋਂ ਮੁੱਖ ਦੇਵਤਾ ਸੀ ਉਹਨਾਂ ਦਾ ਹਬਲ ਨਾਂ ਦਾ। ਉਸ ਦੇਵਤੇ ਦੀ ਵਿਚਕਾਰ ਉਹਦਾ ਬੁੱਤ ਬਣਿਆ ਸੀ ਤੇ ਉਹਦੇ ਚੁਫੇਰੇ 360 ਹੋਰ ਬੁੱਤ ਬਣਾਏ ਹੋਏ ਸਨ ਤੇ ਹਰ ਬੰਦਾ ਆਪਣੇ ਆਪਣੇ ਰੱਬ ਦੀ ਆ ਕੇ ਪੂਜਾ ਕਰਦਾ ਸੀ। ਉਹਨਾਂ ਨੇ ਉਹ 360 ਬੁੱਤ ਤੋੜੇ, ਹਬਲ ਦੇਵਤੇ ਦਾ ਬੁੱਤ ਤੋੜਿਆ ਤੇ ਉੱਥੇ ਫਿਰ ਉਹਨਾਂ ਨੇ ਨਮਾਜ਼ ਪੜ੍ਹੀ। ਨਮਾਜ਼ ਪੜ੍ਹ ਕੇ ਉਹਨਾਂ ਨੇ ਇਸਲਾਮ ਨੂੰ ਇੱਕ ਪੈਗਾਮ ਦਿੱਤਾ ਕਿ ਤੁਹਾਡੀ ਏਕਤਾ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਕਾਬੇ ਵੱਲ ਨੂੰ ਹਮੇਸ਼ਾ ਆਪਣਾ ਮੁੱਖ ਰੱਖੋ। ਭਾਵੇਂ ਅੱਜ ਉਹ ਵੀ ਕਰਮ ਕਾਂਡ ਬਣ ਗਿਆ ਕਿ ਉਧਰ ਨੂੰ ਪਿੱਛਾ ਕਰਕੇ ਨਮਾਜ਼ ਨਹੀਂ ਪੜ੍ਹਨੀ, ਉਧਰ ਨੂੰ ਮੂੰਹ ਕਰਕੇ ਨਮਾਜ਼ ਪੜ੍ਹਨੀ ਹੈ। ਇਸ ਤਰ੍ਹਾਂ ਨਹੀਂ ਸੀ ਉਹਨਾਂ ਨੇ ਆਖਿਆ। ਉਹਨਾਂ ਨੇ ਆਖਿਆ ਸੀ ਕਿ ਕਾਬੇ ਨੂੰ ਕਦੀ ਭੁੱਲ ਨਾ ਜਾਇਓ, ਕਦੀ ਬੁੱਤਾਂ ਦੀ ਪੂਜਾ ਨਹੀਂ ਕਰਨੀ, ਕਦੀ ਮੂਰਤੀ ਪੂਜਾ ਨਹੀਂ ਕਰਨੀ। ਅੱਜ ਸਿੱਖਾਂ ਦੇ ਘਰ ਘਰ ਵਿੱਚ ਬਨਾਵਟੀ ਨਕਲੀ ਮੂਰਤਾਂ ਲੱਗੀਆਂ ਮਿਲਦੀਆਂ ਨੇ। ਤੁਸੀਂ ਕਿਉਂ ਨਹੀਂ ਉੱਥੇ ਸ਼ਬਦ ਲਾਉਂਦੇ ਗੁਰੂ ਦਾ ਲਿਖ ਕੇ, ਜਿਹਦੇ ਤੋਂ ਕੋਈ ਸਮਝ ਪਵੇ। ਇੱਕ ਵਾਰੀ ਇੱਕ ਸੱਜਣ ਮੈਨੂੰ ਪੁੱਛਦੇ ਸੀ ਵੀ ਤੁਸੀਂ ਇਹ ਮੂਰਤੀ ਦੇ ਇਹਨਾਂ ਖਿਲਾਫ ਬੋਲਦੇ ਰਹਿੰਦੇ ਹੋ, ਇਹ ਗੁਰੂਆਂ ਦੀਆਂ ਤਸਵੀਰਾਂ ਨੇ ਤੇ ਜੇ ਇਹ ਝੂਠੀਆਂ ਨੇ ਤੇ ਫਿਰ ਸੱਚੀ ਤਸਵੀਰ ਕਿਹੜੀ ਹੈ? ਮੈਂ ਕਿਹਾ ਮੂਲ ਮੰਤਰ ਪੜ੍ਹਿਆ ਕਰੋ, ਗੁਰੂ ਨਾਨਕ ਸਾਹਿਬ ਦੀ ਸੱਚੀ ਤਸਵੀਰ ਹੈ। ਉਹਨੂੰ ਕੰਧ ਤੇ ਲਾਓ ਤੇ ਆਉਂਦੇ ਜਾਂਦੇ ਬਾਹਰ ਅੰਦਰ ਵੜਦੇ ਬਾਹਰ ਨਿਕਲਦੇ ਤੁਹਾਨੂੰ ਉਹ ਮੂਲ ਮੰਤਰ ਦੱਸੇ ਤੇ ਉਹਦੇ ਤੋਂ ਪਹਿਲਾਂ ਨੰਬਰ 1 ਦੱਸੇ, 1 ਨਾਲ ਜੁੜਨਾ ਹੈ। ਸੋ ਇਹ ਮੁਹੰਮਦ ਸਾਹਿਬ ਨੇ ਆਪਣਾ ਜਿਹੜਾ ਸੰਦੇਸ਼ ਸੀ ਉਹਨਾਂ ਦਾ ਲੋਕਾਂ ਨੂੰ ਦਿੱਤਾ। ਉਹਨਾਂ ਦਾ ਆਖਰੀ ਸਮਾਂ 8 ਜੂਨ 632 ਈਸਵੀ ਹੈ, ਜਦੋਂ ਉਹਨਾਂ ਦੀ ਉਮਰ ਤਕਰੀਬਨ 61-62 ਸਾਲਾਂ ਦੀ, 570 ਵਿੱਚ ਉਹਨਾਂ ਦਾ ਜਨਮ ਹੋਇਆ ਸੀ। 61-62 ਸਾਲਾਂ ਦੀ ਉਮਰ ਵਿੱਚ ਉਹ ਮਦੀਨੇ ਚਲੇ ਗਏ ਸਨ। ਇੱਕ ਉਹਨਾਂ ਨੇ ਯਾਤਰਾ ਕੀਤੀ ਸੀ ਆਂਢ ਗੁਆਂਢ ਦੇ ਸ਼ਹਿਰਾਂ ਵਿੱਚ, ਫਿਰ ਉਹ ਮਦੀਨੇ ਚਲੇ ਗਏ ਤੇ ਭਾਈ ਕਾਹਨ ਸਿੰਘ ਲਿਖਦੇ ਨੇ ਕਿ ਉਹਨਾਂ ਨੂੰ ਬੁਖਾਰ ਹੋਇਆ ਤੇ ਕੁਛ ਦਿਨ ਬਿਮਾਰ ਰਹਿ ਕੇ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਉਪਦੇਸ਼ ਜਿਹੜਾ ਇਹ ਚੈਟ GPT ਤੇ ਲਿਖਿਆ ਹੋਇਆ, ਮੈਂ ਉੱਥੋਂ ਲਿਆ, ਮੈਂ ਇਹ ਪੜ੍ਹ ਕੇ ਸਮਾਪਤੀ ਕਰਦਾ, ਸਮਾਂ ਹੋ ਗਿਆ। ਮੁਹੰਮਦ ਨੇ ਨਿਆਂ, ਸਮਾਨਤਾ, ਸਮਾਜ ਭਲਾਈ ਅਤੇ ਅਧਿਆਤਮਿਕ ਵਿਕਾਸ ਦੀ ਵਕਾਲਤ ਕੀਤੀ। ਉਸ ਦੀਆਂ ਸਿੱਖਿਆਵਾਂ ਨੇ ਏਕਤਾਵਾਦ, ਪ੍ਰਾਰਥਨਾ ਜਿਹਨੂੰ ਆਪਾਂ ਅਰਦਾਸ ਆਖਦੇ ਹਾਂ, ਦਾਨ ਅਤੇ ਸਾਰੀ ਮਨੁੱਖਤਾ ਲਈ ਹਮਦਰਦੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਪੈਗੰਬਰ ਮੁਹੰਮਦ ਦਾ ਜੀਵਨ ਪ੍ਰੇਰਨਾ ਦਾ ਇੱਕ ਸਥਾਈ ਸਰੋਤ ਹੈ ਅਤੇ ਦੂਜਿਆਂ ਦੀ ਸੇਵਾ ਕਰਨ ਲਈ ਇਮਾਨਦਾਰੀ, ਦਇਆ ਅਤੇ ਸਮਰਪਣ ਦੇ ਨਾਲ ਰਹਿਣ ਲਈ ਇੱਕ ਮਾਰਗ ਦਰਸ਼ਕ ਹੈ।
ਉਹਨਾਂ ਦਾ ਜੀਵਨ ਕਿੰਨਾ ਸੁਚੱਜਾ ਜੀਵਨ ਹੋਏਗਾ। ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸੋਮਾ ਅਪਵਿੱਤਰ ਹੁੰਦਿਆਂ ਦੇਰ ਨਹੀਂ ਲੱਗਦੀ। ਹੁਣ ਤੇ ਰਾਮ ਦੀ ਗੰਗਾ ਵੀ ਮੈਲੀ ਹੋ ਹੀ ਗਈ ਹੈ, ਤੇ ਆਪਾਂ ਵੀ ਆਪਣਾ ਸਮਾਜ ਵੇਖ ਲਈਏ ਕਿੰਨੀ ਮੈਲ ਅੰਦਰ ਆ ਗਈ ਹੈ। ਨਫ਼ਰਤ ਅਸੀਂ ਇੱਕ ਦੂਜੇ ਨਾਲ ਰਾਤ ਦਿਨ ਕਰਦੇ ਹਾਂ। ਸੋ ਸਾਨੂੰ ਜੀ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਰੱਖਣ ਦੀ ਲੋੜ ਹੈ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਮਹਾਂਪੁਰਸ਼ਾਂ ਦੇ, ਪੀਰਾਂ, ਪੈਗੰਬਰਾਂ ਦੇ, ਗੁਰੂਆਂ ਦੇ ਦੱਸੇ ਹੋਏ ਰਸਤੇ ਨੂੰ ਜ਼ਿੰਦਗੀ ਵਿੱਚ ਅਪਣਾਈਏ। ਜੇ ਆਪਾਂ ਉਹਨਾਂ ਦੇ ਦੱਸਿਆ ਹੋਇਆ ਮਾਰਗਾਂ 'ਤੇ ਚੱਲਾਂਗੇ ਤੇ ਸਾਡਾ ਜੀਵਨ ਸੁਖੀ, ਸ਼ਾਂਤ, ਸਹਿਜ ਵਿੱਚ ਬੀਤੇਗਾ, ਤੇ ਬੀਤੇਗਾ ਹੀ ਨਹੀਂ, ਇਹ ਸਾਡਾ ਜੀਵਨ ਸਫਲ ਜੀਵਨ ਬਣ ਜਾਏਗਾ। ਇੱਥੋਂ ਤੱਕ ਮੇਰਾ ਮਨ ਸੀ ਤੁਹਾਡੇ ਨਾਲ ਮੁਹੰਮਦ ਸਾਹਿਬ ਦੇ ਜੀਵਨ 'ਤੇ ਗੱਲ ਕਰਾਂ, ਕਿਉਂਕਿ ਗੁਰੂ ਨਾਨਕ ਸਾਹਿਬ ਮੱਕੇ ਵਿੱਚ ਗਏ ਹੋਏ ਨੇ, ਤੇ ਮੱਕੇ ਤੋਂ ਬਾਅਦ ਉਹ ਮਦੀਨੇ ਪਹੁੰਚੇ ਨੇ। ਇਹ ਦੋਵੇਂ ਹੀ ਥਾਵਾਂ ਮੁਹੰਮਦ ਸਾਹਿਬ ਦੀ ਯਾਦ ਵਿੱਚ ਬਣੀਆਂ ਹੋਈਆਂ ਨੇ। ਮੱਕੇ ਉਹਨਾਂ ਦਾ ਜਨਮ ਹੋਇਆ, ਤੇ ਮਦੀਨੇ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੋਇਆ। ਸਮਾਂ ਹੋ ਗਿਆ, ਮੈਂ ਅਗਲੀ ਗੱਲ ਨਾ ਹੀ ਸ਼ੁਰੂ ਕਰਾਂ ਤੇ ਚੰਗਾ। ਭਾਈ ਸਾਹਿਬ ਜੇ ਆ ਜਾਣ ਤੇ ਚੰਗਾ ਹੋਵੇ, ਅਜੇ ਆਏ ਨਹੀਂ। ਗੁਰੂ ਨਾਨਕ ਸਾਹਿਬ ਮਦੀਨੇ ਵਿੱਚ ਚਲੇ ਗਏ। ਉੱਥੇ ਉਹ ਜਿਹੜੀ ਕਬਰ ਹੈ ਨਾ ਮੁਹੰਮਦ ਸਾਹਿਬ ਦੀ, ਉਸ ਕਬਰ ਤੋਂ ਬਾਰ-ਬਾਰ ਥੋੜ੍ਹਾ ਜਿਹਾ ਪਾਸੇ ਹਟ ਕੇ ਉਹ ਬੈਠ ਗਏ ਸੀ। ਜਿਵੇਂ ਹੀ ਉੱਥੇ ਬੈਠੇ, ਭਾਈ ਸਾਹਿਬ ਮਰਦਾਨਾ ਜੀ ਨੂੰ ਆਖ ਲੱਗੇ ਕਿ ਤੁਸੀਂ ਰਬਾਬ ਛੇੜੋ ਤੇ ਆਪਾਂ ਕੀਰਤਨ ਕਰੀਏ। ਭਾਵੇਂ ਆਪਾਂ ਅੱਗੇ ਚੱਲ ਕੇ ਵੇਖਾਂਗੇ, ਹੁਣ ਇੱਥੋਂ ਮਦੀਨੇ ਤੋਂ ਗੁਰੂ ਜੀ ਨੇ ਬਗਦਾਦ ਜਾਣਾ ਹੈ, ਜਿੱਥੇ ਇਸ ਕੀਰਤਨ ਕਰਨ ਉੱਤੇ ਵੀ ਉਹਨਾਂ ਨੂੰ ਇੱਟਾਂ ਵੱਟੇ ਮਾਰਨ ਦੀ ਲੋਕਾਂ ਨੇ ਕੋਸ਼ਿਸ਼ ਕਰਨੀ ਹੈ। ਇਸਲਾਮ ਵਿੱਚ ਆਖਦੇ ਨੇ ਕਿ ਰਾਗ ਵਿਦਿਆ ਤੇ ਪਾਬੰਦੀ ਹੈ, ਪਰ ਜਿੰਨੀਆਂ ਕਵਾਲੀਆਂ ਇਸਲਾਮ ਵਿੱਚ ਗਾਈਆਂ ਜਾਂਦੀਆਂ ਇੰਨੀਆਂ ਕਿਤੇ ਵੀ ਨਹੀਂ ਗਾਈਆਂ ਜਾਂਦੀਆਂ। ਸੋ ਮੇਰਾ ਖਿਆਲ ਜੇ ਪਾਬੰਦੀ ਹੋਏਗੀ ਵੀ ਤੇ ਫਿਰ ਇਹ ਉਹਨੂੰ ਪਾਬੰਦੀ ਨੂੰ ਮੰਨ ਤੇ ਨਹੀਂ ਰਹੇ, ਪਰ ਜੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ, ਆਪਾਂ ਉਸ ਨੂੰ ਸਮਝਾਂਗੇ ਕਿ ਰਾਗ ਮਾੜਾ ਨਹੀਂ। ਰਾਗ ਵਿੱਚ ਜਿਹੜੇ ਅਸੀਂ ਸ਼ਬਦ ਪਾ ਕੇ ਗਾਉਂਦੇ ਹਾਂ ਉਹ ਚੰਗੇ ਤੇ ਮਾੜੇ ਹੋ ਸਕਦੇ ਨੇ। ਸ਼ਬਦ ਵੱਲ ਜੇ ਸਾਡਾ ਧਿਆਨ ਰਵੇ ਤੇ ਅਸੀਂ ਕੁਝ ਨਾ ਕੁਝ ਚੰਗਾ ਸਿੱਖ ਸਕਦੇ ਹਾਂ, ਤੇ ਜੇ ਸਾਡਾ ਧਿਆਨ ਸ਼ਬਦ ਵੱਲ ਨਾ ਹੋਵੇ ਤੇ ਫਿਰ ਭਾਈ ਕੁਝ ਵੀ ਜੋ ਵੀ ਅਸੀਂ ਕਰੀਏ ਪਤਾ ਨਹੀਂ ਉਹ ਚੰਗਾ ਹੈ ਕਿ ਮਾੜਾ ਹੈ। ਸਾਨੂੰ ਇਹ ਜ਼ਰੂਰ ਧਿਆਨ 'ਚ ਰੱਖਣਾ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਸੰਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਥਾਂ ਦਈਏ, ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਵੀਏ, ਆਪ ਸੁਖੀ ਵਸੀਏ ਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਸੁਖੀ ਵਸਣ ਵਿੱਚ ਉਹਨਾਂ ਦੀ ਸਹਾਇਤਾ ਕਰੀਏ। ਤੁਸੀਂ ਬੜੇ ਪਿਆਰ ਨਾਲ ਅੱਜ ਦੇ ਇਸ ਵਿਚਾਰ ਨੂੰ ਸੁਣਿਆ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।